ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਭਾਈ ਰਹਾਉ, ਸੰਤਨ ਸਿਉ ਮੇਰੀ ਲੇਵਾ ਦੇਵੀ। ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ। ਹਰ ਭਗਤ ਭਰੇ ਭੰਡਾਰਾ, ਸੰਤਨ ਮੁਕੋ ਪੂੰਜੀ ਸੌਂਪੀ। ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ। ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਪਏ ਸੁਖ ਪਾਇਆ। ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰਿ ਸਿਉ ਮਨ ਮਾਨਿਆ। ਰੰਗ ਰਤੇ ਬਿਸਮਾਦੇ। ਵਾਹਿਗੁਰੂ ਜੀ। ਬੇ-ਦਸ ਮਾਹ ਰੁੱਤੀ ਥਿਤੀ ਵਾਰ ਪਲੇ। ਘੜੀ ਮੂਰਤ ਪਲ ਸਾਚੇ, ਆਏ ਸਹਿਜ ਮਿਲੇ। ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ। ਕਰਤਾ ਸਭ ਬਿਦ ਜਾਣੈ, ਜਿਨ ਸਿੰਗਾਰੀ ਤਿਸਹਿ ਪਿਆਰੀ। ਮੇਲ ਭਇਆ ਰੰਗ ਮਾਣੈ, ਘਰ ਸੇਜ ਸੁਹਾਵੀ। ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਘਰ ਸੇਜ ਸੁਹਾਵੀ, ਜਾਂ ਪਿਰ ਰਾਵੀ। ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਵਡਭਾਗੀ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 1109 ਔਰ 1110 ਉੱਪਰ ਤੁਖਾਰੀ ਰਾਗ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 12 ਮਾਹਾਂ ਦੀ ਬਾਣੀ ਉਚਾਰਨ ਕਰਦੇ। ਇਸ ਬਾਣੀ ਦੀ ਇਹ ਆਖਰੀ ਪੌੜੀ ਆਖਰੀ ਪਦ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਬਚਨ ਅੰਦਰ ਜੋ ਉਪਦੇਸ਼ ਬਖਸ਼ਦੇ ਨੇ, ਜਦੋਂ ਅਕਾਲ ਪੁਰਖ ਪਰਮੇਸ਼ਰ ਆਣ ਕੇ ਪ੍ਰਾਪਤ ਹੋ ਜਾਂਦਾ, ਭਾਵ 12 ਮਹੀਨਿਆਂ ਵਿੱਚ ਜੋ ਉਹਦਾ ਨਾਮ ਜਪਿਆ, ਉਹਦਾ ਸਿਮਰਨ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਤੇ ਅਕਾਲ ਪੁਰਖ ਪਰਮੇਸ਼ਰ ਜੀ ਪ੍ਰਾਪਤ ਹੋਏ। ਉਦੋਂ ਫਿਰ ਇਹ ਸਾਰਾ ਸਮਾਂ ਜਿਹੜਾ ਹੈ ਸਫਲਾ ਹੋ ਜਾਂਦਾ। ਜਿੰਨਾ ਵੀ ਸਮਾਂ ਸਤਿਗੁਰੂ ਜੀ ਸਾਰਾ ਗਿਣ ਕੇ ਦੱਸਦੇ ਨੇ, ਬੇ 10 ਮਾਹ, ਬੇ ਤੋਂ ਭਾਵ 2, 10 ਤੋਂ ਭਾਵ ਹੈ 10 ਗਿਣਤੀ ਦੇ, 2 ਤੇ 10 12 ਹੋ ਗਏ। ਮਾਹ ਕਹਿੰਦੇ ਨੇ ਮਹੀਨੇ ਨੂੰ। 12 ਮਹੀਨੇ, ਬੇ 10 ਮਾਹ, ਇਹਦਾ ਭਾਵ ਹੈ 12 ਮਹੀਨੇ। ਰੁੱਤੀ ਫਿਰ 6 ਰੁੱਤਾਂ ਨੇ। 12 ਮਹੀਨਿਆਂ ਦੇ ਵਿੱਚ 6 ਰੁੱਤਾਂ ਆਉਂਦੀਆਂ। 2-2 ਮਹੀਨਿਆਂ ਦੀ ਇੱਕ ਰੁੱਤ ਹੈ। ਬਸੰਤ, ਗਰਮੀ ਦੀ ਰੁੱਤ, ਵਰਖਾ ਰੁੱਤ, ਸਰਦ ਰੁੱਤ, ਹਿਮਕਰ, ਜਦੋਂ ਬਹੁਤਾ ਕੱਕਰ ਆਦਿਕ ਪੈਂਦਾ ਹੈ, ਕੋਰਾ ਆਦਿਕ ਜੰਮਦਾ ਹੈ, ਅਤੇ ਪਤਝੜ। ਇਹ 6 ਰੁੱਤਾਂ ਨੇ। ਥਿੱਤੀ, ਫਿਰ ਥਿੱਤਾਂ ਇੱਕ ਮਹੀਨੇ 'ਚ 2 ਵਾਰਾਂ ਆਉਂਦੀਆਂ, 15 ਥਿੱਤਾਂ ਹੁੰਦੀਆਂ ਨੇ।
ਜਿੱਦਣ ਪੂਰਨਮਾਸੀ ਹੁੰਦੀ ਉਦੋਂ ਅਗਲੇ ਦਿਨ ਪਹਿਲੀ ਥਿੱਤ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਏਕਮ ਕਹਿੰਦੇ ਆ। ਫਿਰ ਦੂਜ, ਤੀਜ, ਚੌਥ, ਪੰਚਮੀ, ਛਠਵੀਂ, ਸਪਤਮੀ, ਇਸੇ ਤਰ੍ਹਾਂ ਮੱਸਿਆ ਤੱਕ ਇਹ 15 ਬਣ ਜਾਂਦੇ ਨੇ। ਇਸੇ ਤਰ੍ਹਾਂ ਫਿਰ ਮੱਸਿਆ ਤੋਂ ਅਗਲੇ ਦਿਨ ਫਿਰ ਸ਼ੁਰੂ ਹੋ ਜਾਂਦੀਆਂ ਏਕਮ, ਦੂਜ, ਤੀਜ। ਇਹਨੂੰ ਥਿੱਤਾਂ ਕਹਿੰਦੇ ਨੇ। ਵਾਰ ਤੇ ਵਾਰ ਇੱਕ ਹਫ਼ਤੇ ਵਿੱਚ 7 ਹੁੰਦੇ ਨੇ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ। ਇਹ ਜਿੰਨਾ ਵੀ ਸਮਾਂ ਨਾ, ਬਾਬਾ ਨਾਨਕ ਸਾਹਿਬ ਜੀ ਕਹਿੰਦੇ ਨੇ 12 ਮਹੀਨੇ, 6 ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਵਾਰ ਭਲੇ ਭਲੇ ਹੋ ਜਾਂਦੇ ਨੇ, ਭਲੇ। ਫਿਰ ਇਸ ਜੀਵ ਨੂੰ ਸਾਰੇ ਭਲੇ ਲੱਗਦੇ ਨੇ। ਇਹਦਾ ਭਾਵ ਇਹ ਵੀ ਕਰਦੇ ਨੇ ਗੁਰਮੁਖ ਜਨ, ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਦੀ ਪ੍ਰਾਪਤੀ ਕਰ ਲੈਂਦਾ ਹੈ, ਫਿਰ ਸਾਰੇ ਭਲੇ ਨੇ। ਕਿਉਂਕਿ ਸੰਸਾਰ ਦੇ ਵਿੱਚ ਲੋਕ ਵਿਚਾਰਾਂ ਬੜੀਆਂ ਕਰਦੇ, ਆਹ ਮਹੀਨਾ ਚੰਗਾ ਹੁੰਦਾ, ਚੰਗਾ ਨਹੀਂ ਹੁੰਦਾ। ਮਹੀਨਿਆਂ ਨੂੰ ਵੀ ਕਈਆਂ ਨੂੰ ਮਾੜੇ ਗਿਣਦੇ ਨੇ, ਕਈਆਂ ਨੂੰ ਚੰਗੇ ਗਿਣਦੇ ਨੇ। ਕਈ ਵਾਰ ਵੀ ਚੰਗੇ ਤੇ ਕਈ ਵਾਰ ਵੀ ਮਾੜੇ। ਇਸੇ ਤਰ੍ਹਾਂ ਕਈ ਰੁੱਤਾਂ ਨੂੰ ਵੀ ਚੰਗਾ ਸਮਝਿਆ ਜਾਂਦਾ, ਰੁੱਤ ਚੰਗੀ ਨਹੀਂ। ਕਈ ਥਿੱਤਾਂ ਨੂੰ ਪੂਜਦੇ ਨੇ, ਕਈ ਥਿੱਤਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਪਰ ਜਦੋਂ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਂਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਫਿਰ ਸਾਰੇ ਭਲੇ ਲੱਗਣ ਲੱਗ ਪੈਂਦੇ। ਫਿਰ ਇਹਨੂੰ ਕੋਈ ਮਹੀਨਾ ਮਾੜਾ ਨਹੀਂ ਲੱਗਦਾ, ਕੋਈ ਮਹੀਨਾ ਮਾੜਾ ਨਹੀਂ, ਕੋਈ ਵਾਰ ਮਾੜਾ ਨਹੀਂ, ਕੋਈ ਥਿੱਤ ਮਾੜੀ ਨਹੀਂ, ਕੋਈ ਰੁੱਤ ਮਾੜੀ ਨਹੀਂ। ਕਿਉਂਕਿ ਜਦੋਂ ਪਰਮੇਸ਼ਰ ਦੇ ਨਾਲ ਜੁੜ ਗਿਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਕੁਛ ਹੀ ਭਲਾ ਹੋ ਜਾਂਦਾ, ਸਭ ਕੁਛ ਹੀ ਭਲਾ। ਮਾੜਾ ਓਨਾ ਚਿਰ ਤੱਕ ਹੀ ਹੈ ਜਿੰਨਾ ਚਿਰ ਤੱਕ ਪਰਮੇਸ਼ਰ ਨਾਲੋਂ ਟੁੱਟਾ, ਜਿੰਨਾ ਚਿਰ ਤੱਕ ਉਹਦੇ ਨਾਲ ਪ੍ਰੇਮ ਨਹੀਂ, ਉਹਨਾਂ ਚਿਰ ਤੱਕ ਮਾੜਾ ਚੰਗਾ ਸਮਝਦਾ, ਵਿਚਾਰਾਂ ਕਰਦਾ। ਪਰ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਬਣ ਜਾਂਦੀ, ਫਿਰ ਸਭ ਕੁਛ ਹੀ ਭਲਾ। ਬੇਦਸ ਮਾਹ ਰੁੱਤੀ ਥਿੱਤੀ ਵਾਰ ਭਲੇ। ਫਿਰ ਇੱਥੇ ਹੀ ਬਸ ਨਹੀਂ, ਘੜੀ, ਮੂਰਤ, ਪਲ ਸਾਚੇ। ਫਿਰ ਘੜੀਆਂ, ਮੂਰਤ ਕਹਿੰਦੇ ਨੇ 2 ਘੜੀਆਂ ਦੇ ਸਮੇਂ ਨੂੰ। ਦੋ ਘੜੀਆਂ ਦਾ ਸਮਾਂ ਮੂਰਤ ਹੋ ਗਿਆ, ਪੌਣਾ ਕੁ ਘੰਟਾ ਬਣ ਜਾਂਦਾ ਹੈ। ਤੇ ਪਲ, ਇੱਕ ਘੜੀ ਵਿੱਚ 60 ਪਲ ਹੁੰਦੇ ਨੇ, ਤੇ ਇੱਕ ਪਲ ਵਿੱਚ 30 ਚਸੇ ਹੁੰਦੇ ਨੇ। 30 ਚਸਿਆਂ ਦਾ ਇੱਕ ਪਲ ਹੁੰਦਾ। ਸਾਚੇ ਸਾਰੇ ਸੱਚੇ, ਸਾਰੇ ਭਲੇ, ਸਾਰੇ ਚੰਗੇ ਹੋ ਜਾਂਦੇ ਨੇ। ਕਦੋਂ ਆਏ ਸਹਿਜ ਮਿਲੇ, ਜਦੋਂ ਸਹਿਜ ਅਡੋਲ ਅਵਸਥਾ ਵਿੱਚ, ਅਡੋਲ ਅਵਸਥਾ ਸਹਿਤ ਪਰਮੇਸ਼ਰ ਆਣ ਮਿਲਦਾ ਨਾ, ਇਹ ਸਾਰੇ ਭਲੇ ਹੋ ਜਾਂਦੇ। ਫਿਰ ਕੋਈ ਮਾੜਾ ਨਹੀਂ ਰਹਿ ਜਾਂਦਾ, ਫਿਰ ਕੋਈ ਮਾੜਾ ਨਹੀਂ, ਸਾਰੇ ਭਲੇ ਨੇ। ਜਦੋਂ ਪਰਮੇਸ਼ਰ ਚੇਤੇ ਆ ਗਿਆ, ਸਾਈ ਘੜੀ ਸੁਲੱਖਣੀ ਜਿਤ ਪ੍ਰਭ ਚੇਤੇ ਆਵੇ। ਜਦੋਂ ਪਰਮੇਸ਼ਰ ਚੇਤੇ ਆ ਜਾਂਦਾ, ਉਹੋ ਹੀ ਸਮਾਂ ਸੁਲੱਖਣਾ, ਭਲਾ, ਚੰਗਾ। ਫਿਰ ਕੋਈ ਸਮਾਂ ਮਾੜਾ ਨਹੀਂ। ਜਾਂ ਇਸ ਤਰ੍ਹਾਂ ਕਹਿ ਲਈਏ, ਜਦੋਂ ਸਹਿਜ ਅਡੋਲ ਅਵਸਥਾ ਸਹਿਤ ਆਣ ਮਿਲਦਾ ਨਾ, ਫਿਰ ਸਭ ਕੁਛ ਹੀ ਭਲਾ, ਸਾਰਾ ਸਮਾਂ ਹੀ ਇਹਦਾ ਸਫਲਾ ਹੋ ਜਾਂਦਾ ਹੈ।
ਤੇ ਪ੍ਰਭੂ ਪਰਮੇਸ਼ਰ ਨੂੰ ਮਿਲਣ ਕਰਕੇ ਪ੍ਰਭ ਮਿਲੇ ਪਿਆਰੇ। ਜਦੋਂ ਪਿਆਰਾ ਪ੍ਰਭੂ ਪਰਮੇਸ਼ਰ ਮਿਲ ਪਿਆ, ਕਾਰਜ ਸਾਰੇ ਕਾਰਜ ਉਹਨੇ ਸਵਾਰ ਦਿੱਤੇ, ਸਾਰੇ ਹੀ। ਅਸਲ ਵਿੱਚ ਤਾਂ ਸਤਿਗੁਰੂ ਸਾਹਿਬ ਜੀ ਮਨੁੱਖ ਨੂੰ ਕਹਿੰਦੇ ਆਇਆ ਤੇ ਮਨੁੱਖ ਆਪਣਾ ਜ਼ਿੰਦਗੀ ਦਾ ਕਾਰਜ ਸਵਾਰਨ ਵਾਸਤੇ, ਤੇ ਕਾਰਜ ਸਵਾਰਨ ਦਾ ਢੰਗ ਇਹ ਸੀ ਵੀ ਪਰਮੇਸ਼ਰ ਨੂੰ ਯਾਦ ਕਰਨਾ, ਉਹਨੂੰ ਚੇਤੇ ਕਰਨਾ, ਉਹਦਾ ਸਿਮਰਨ ਕਰਨਾ, ਉਹਦੀ ਯਾਦ ਵਿੱਚ ਜੀਵਨ ਬਸਰ ਕਰਨਾ। ਫਿਰ ਇਹਨੇ ਸੌਰਨਾ ਸੀ। ਪਰ ਇਹ ਸੰਸਾਰ ਦੇ ਵਿੱਚ ਆਣ ਕੇ ਇਹੋ ਜਿਹਾ ਖਚਤ ਹੋਇਆ, ਇਹੋ ਜਿਹਾ ਫਸਿਆ, ਪਰਮੇਸ਼ਰ ਨੂੰ ਚੇਤੇ ਕਰਦਾ ਨਾ ਤੇ ਬੜੀ ਦੂਰ ਦੀ ਗੱਲ ਹੈ, ਸਗੋਂ ਕਈ ਤਰ੍ਹਾਂ ਦੇ ਢੁਚਰ, ਕਈ ਤਰ੍ਹਾਂ ਦੇ ਇਹ ਤਰਕਾਂ ਜਿਹੜੀਆਂ ਉੱਤੇ ਕਰਨ ਲੱਗ ਪੈਂਦਾ। ਲੈ ਇਹ ਤੇ ਐਵੇਂ ਗੱਲਾਂ ਬਣਾਈਆਂ। ਫਿਰ ਸੰਸਾਰ ਦੇ ਵਿੱਚ ਖਚਤ ਹੋ ਜਾਂਦਾ, ਮੋਹ ਮਾਇਆ ਦੇ ਵਿੱਚ ਫਸ ਜਾਂਦਾ, ਤੇ ਐਸਾ ਫਸਦਾ ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਉਹ ਇਹ ਤੋਂ ਹੁੰਦਾ ਹੀ ਨਹੀਂ, ਉਸ ਪਾਸੇ ਧਿਆਨ ਹੀ ਨਹੀਂ ਜਾਂਦਾ। ਤੇ ਜਦੋਂ ਅੰਤਮ ਸਮਾਂ ਆਉਂਦਾ ਜਿਨ੍ਹਾਂ ਵਿੱਚ ਖਚਤ ਹੋਇਆ ਸੀ ਜਿਹੜੀਆਂ ਚੀਜ਼ਾਂ 'ਚ, ਉਹ ਸਾਰੀਆਂ ਹੀ ਛੱਡ ਕੇ ਤੁਰ ਪੈਂਦਾ। ਮੁੜ ਕੇ ਇਹਨੂੰ ਪਤਾ ਲੱਗਦਾ ਫਿਰ ਬਾਅਦ 'ਚ ਵੀ ਮੈਂ ਤੇ ਐਵੇਂ ਵਿਅਰਥ ਗਵਾ ਲਿਆ ਸਭ ਕੁਛ। ਜਿਹੜੀ ਚੀਜ਼ ਨਾਲ ਜਾਣੀ ਸੀ ਉਹਦੇ ਨਾਲ ਪਿਆਰ ਨਹੀਂ ਕੀਤਾ, ਤੇ ਜਿਹੜੀਆਂ ਇੱਥੇ ਹੀ ਛੱਡ ਕੇ ਤੁਰ ਜਾਣਾ ਉਹਨਾਂ ਦੇ ਵਿੱਚ ਹੀ ਫਸਿਆ ਰਿਹਾ। ਫਿਰ ਪਤਾ ਲੱਗਦਾ, ਪਰ ਉਦੋਂ ਇਹਦੇ ਕੋਲ ਸਮਾਂ ਕੋਈ ਨਹੀਂ ਹੁੰਦਾ ਵੀ ਆਪਣੀ ਗਲਤੀ ਨੂੰ ਸਵਾਰ ਲਵੇ, ਸੁਧਾਰ ਲਵੇ, ਉਦੋਂ ਨਹੀਂ ਸਮਾਂ ਹੁੰਦਾ। ਤੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਤੇ ਬਾਰ-ਬਾਰ ਇਹੋ ਕਹਿੰਦੇ, ਆਇਓ ਪੜ੍ਹਨ ਸੁਣਨ ਕਉ ਬਾਣੀ। ਆਇਆ ਤੇ ਇਹ ਕਾਰਜ ਕਰਨ ਵਾਸਤੇ, ਤੇ ਕੀਤਾ ਕੀ? ਨਾਮ ਵਿਸਾਰ ਲੱਗੇ ਅਨ ਲਾਲਚ। ਰੱਬ ਦਾ ਨਾਮ ਭੁਲਾ ਕੇ ਤੇ ਸੰਸਾਰ ਦੇ ਲਾਲਚ ਵਿੱਚ ਫਸ ਗਿਆ। ਮੈਂ ਦੁਨੀਆ ਦੇ ਟੌਪ ਬੰਦੇ ਜਿਹੜੇ 10 ਆ ਉਹਨਾਂ ਦੀ ਲਿਸਟ 'ਚ ਆਉਣਾ ਚਾਹੁੰਦਾ, ਅਮੀਰਾਂ ਦੀ ਲਿਸਟ ਵਿੱਚ ਮੇਰਾ ਨਾਂ ਹੋਵੇ। ਇਸ ਕੰਮ 'ਚ ਫਸ ਗਿਆ। ਜਦੋਂ ਇਸ ਪਾਸੇ ਲੱਗ ਗਿਆ ਤੇ ਧਿਆਨ ਤੇ ਸਾਰਾ ਉੱਧਰ ਹੀ ਹੋਵੇਗਾ ਨਾ, ਕਿਵੇਂ ਟੌਪ 'ਚ ਆ ਸਕਦਾ। ਤੇ ਪਰਮੇਸ਼ਰ ਨਹੀਂ ਫਿਰ ਚੇਤੇ ਆਉਂਦਾ। ਨਾਮ ਵਿਸਾਰ ਲੱਗੇ ਅਨ ਲਾਲਚ। ਪਰਮੇਸ਼ਰ ਦਾ ਨਾਮ ਭੁਲਾ ਕੇ ਤੇ ਦੂਜੇ ਲਾਲਚਾਂ 'ਚ ਲੱਗ ਗਿਆ। ਸਤਿਗੁਰੂ ਜੀ ਕਹਿੰਦੇ ਬਿਰਥਾ ਜਨਮ ਪ੍ਰਾਣੀ। ਇਹ ਪ੍ਰਾਣਾ ਧਾਰੀ ਜੀਵ ਜਨਮ ਬਿਅਰਥੀ। ਜੇ ਇਸੇ ਤਰ੍ਹਾਂ ਹੀ ਕਰਦਾ ਰਿਹਾ ਨਾ, ਫਿਰ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਤੋਂ ਪੁੱਛਿਆ ਜਾਣਾ, ਕਰਨੋ ਹੁਤੋ ਸੋ ਨਾ ਕੀਓ। ਜੋ ਕਰਨ ਵਾਸਤੇ ਆਇਆ ਸੋ ਤੇ ਕੀਤਾ ਹੀ ਨਹੀਂ, ਉਹ ਨਹੀਂ ਕੀਤਾ। ਤੇ ਕੀਤਾ ਕੀ? ਸਤਿਗੁਰੂ ਕਹਿੰਦੇ ਪਰਿਓ ਲੋਭ ਕੈ ਫੰਦ। ਲੋਭ ਦੀ ਫਾਈ ਵਿੱਚ ਹੀ ਫਸਿਆ ਰਿਹਾ। ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਜਦੋਂ ਸਮਾਂ ਸੀ ਉਦੋਂ ਇਹਨੂੰ ਕੋਈ ਆਂਦਾ ਰੱਬ ਦਾ ਪਿਆਰਾ ਵੀ ਜਪਿਆ ਕਰ, ਕਹਿੰਦਾ ਤੇਰੇ ਝੂਠ ਮੈਂ ਬੜੇ ਸੁਣੇ ਤੁਹਾਡੇ ਵਰਗਿਆਂ ਦੇ, ਬੜਾ ਝੂਠ ਬੋਲਦੇ ਤੁਸੀਂ, ਲੋਕਾਂ ਨੂੰ ਲੁੱਟਣ ਦਾ ਬਹਾਨਾ ਬਣਾਇਆ ਏ। ਉਦੋਂ ਇੰਜ ਕਹਿੰਦਾ। ਕਈ ਮਿਲਦੇ ਨੇ ਕੋਈ ਉਹ ਕਹਿਣਗੇ ਇਹ ਤਾਂ ਲੋਕਾਂ ਨੂੰ ਲੁੱਟਣ ਦਾ ਬਹਾਨਾ ਬਣਾਇਆ, ਰੱਬ ਕੋਈ ਹੈਗਾ ਐ ਪਖੰਡ ਬਣਾਇਆ, ਪਖੰਡ ਕਰਦੇ ਹੈਗਾ ਤੇ ਵਿਖਾਓ। ਅਸੀਂ ਤੇ ਉਸ ਚੀਜ਼ ਨੂੰ ਮੰਨਦੇ ਹਾਂ ਜਿਹੜੀ ਦਿਸਦੀ ਪਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਅੰਤ ਦੇ ਵੇਲੇ ਇਹਨੂੰ ਵੀ ਪਤਾ ਲੱਗ ਜਾਂਦਾ, ਜਿਹੜਾ ਆਂਦਾ ਸੀ ਨਾ ਰੱਬ ਨਹੀਂ ਹੈਗਾ, ਕੁਛ ਨਹੀਂ ਹੈਗਾ, ਜਦੋਂ ਕਿਤੇ ਮਰਨ ਲੱਗਾ ਹੋਵੇ ਨਾ ਉਹਨੂੰ ਪੁੱਛਿਓ ਵੀ ਹੁਣ ਦੱਸ, ਕਿਉਂਕਿ ਉਦੋਂ ਸਾਰੀ ਫਿਲਮ ਸਾਹਮਣੇ ਦਿਸਦੀ ਹੈ ਵੀ ਨਾਲ ਕੁਛ ਨਹੀਂ ਜਾ ਰਿਹਾ। ਜੋ ਚੀਜ਼ਾਂ ਮੈਂ ਸਮਝਦਾ ਸਾਂ ਨਾਲ ਨਿਭਣ ਗਈਆਂ ਉਹ ਇੱਥੇ ਛੱਡ ਕੇ ਤੁਰ ਰਿਹਾ, ਅਤੇ ਜਿਹੜੀ ਨਾਲ ਨਿਭਣੀ ਸੀ ਉਹਦੇ ਨਾਲ ਪਿਆਰ ਕੋਈ ਨਹੀਂ ਪਾਇਆ, ਉਹ ਇਕੱਠੀ ਨਹੀਂ ਕੀਤੀ, ਉਹ ਹੈ ਹੀ ਨਹੀਂ ਕੋਲ। ਤੇ ਫਿਰ ਤੇ ਪੁੱਛਿਆ ਜਾਊ ਨਾ, ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ। ਲੋਭ ਦੀ ਫਾਈ 'ਚ ਫਸਿਆ ਰਿਹਾ, ਜੋ ਕਰਨਾ ਸੀ ਉਹ ਕੀਤਾ ਹੀ ਨਹੀਂ,
ਸਮਾਂ ਲੰਘ ਗਿਆ, ਹੁਣ ਕਿਉਂ ਰੋਣਾ? ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਹੁਣ ਤੇ ਜੋ ਕੀਤਾ ਹੀ ਉਹਦਾ ਫਲ ਭੋਗਣ ਦਾ ਟਾਈਮ ਆ। ਹੁਣ ਤੂੰ ਕਰਨ ਜੋਗਾ ਕੁਛ ਨਹੀਂ, ਤੇਰੇ ਕੋਲ ਸਮਾਂ ਨਹੀਂ। ਅਤੇ ਜਿਹੜਾ ਇਸ ਗੱਲ ਨੂੰ ਸਮਝ ਜਾਵੇ, ਸਾਰੇ ਇਹੋ ਜਿਹੇ ਤਾਂ ਨਹੀਂ ਹੁੰਦੇ ਜਿਹੜੇ ਸਮਝ ਜਾਂਦੇ ਨੇ ਵੀ ਵਾਕਈ ਗੁਰੂ ਸਾਹਿਬ ਨੇ ਕਿਹਾ ਸੀ ਆਇਓ ਪੜ੍ਹਨ ਸੁਣਨ ਕੋ ਬਾਣੀ। ਉਹ ਆਪਣੀ ਕਿਰਤ ਕਰਦੇ ਨੇ, ਕਿਰਤ ਵੀ ਸੰਸਾਰ ਵਿੱਚ ਗੁਜ਼ਾਰੇ ਜੋਗੀ ਮਾਇਆ ਵੀ ਚਾਹੀਦੀ ਹੈ, ਪਰ ਉਹ ਇਕੱਲੀ ਮਾਇਆ ਵਿੱਚ ਹੀ ਨਹੀਂ ਫਸੇ ਰਹਿੰਦੇ, ਉਹ ਨਾਲ ਪਰਮੇਸ਼ਰ ਦਾ ਜਪ ਵੀ ਕਰਦੇ ਨੇ, ਉਹਦਾ ਨਾਮ ਸਿਮਰਨ ਕਰਦੇ, ਸੇਵਾ ਵੀ ਕਰਦੇ, ਉਹ ਵੀ ਕਮਾਈ ਕਰੀ ਜਾਂਦੇ, ਸੰਸਾਰ ਵਿੱਚ ਰਹਿਣ ਜੋਗੀ ਕਿਰਤ ਵੀ ਕਰੀ ਜਾਂਦੇ, ਇਹ ਵੀ ਕਮਾਈ ਕਰੀ ਜਾਂਦੇ, ਅਤੇ ਉਹਨਾਂ 'ਤੇ ਕਿਰਪਾ ਹੋਈ ਜਾਂਦੀ ਹੈ ਨਾ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਉਹਨਾਂ 'ਤੇ ਕਿਰਪਾ ਹੁੰਦੀ ਹੈ, ਉਹਦੀ ਪ੍ਰਾਪਤੀ ਹੁੰਦੀ ਹੈ, ਅਤੇ ਕਾਰਜ ਸਾਰੇ ਕਾਰਜ ਸਫਲੇ ਹੋ ਜਾਂਦੇ, ਕਾਰਜ ਸੌਰ ਜਾਂਦੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ 12 ਮਾਹ ਉਚਾਰਨ ਕੀਤੇ ਨਾ ਮਾਝ ਰਾਗ ਵਿੱਚ, ਉਹਦੇ ਵਿੱਚ ਵੀ ਜਿਹੜੀ ਅਖੀਰਲੀ ਪੌੜੀ ਸਤਿਗੁਰੂ ਜੀ ਨੇ ਉਚਾਰਨ ਕੀਤੀ, ਇਹੀ ਬਚਨ ਕਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਉਪਦੇਸ਼ ਸੁਣ ਕੇ ਲਿਵ ਜੋੜ ਲਈ ਪਰਮੇਸ਼ਰ ਦੇ ਨਾਲ, ਵੀ ਸਮਾਂ ਤੇ ਲੰਘਦਾ ਜਾਂਦਾ ਤੇ ਸਫਲਾ ਹੋਊਗਾ ਉਹਦੇ ਨਾਮ ਦੇ ਨਾਲ ਜੁੜਨ ਕਰਕੇ। ਫਿਰ ਜਿਹਨੇ ਉਹਨੂੰ ਧਿਆਉਣਾ ਸ਼ੁਰੂ ਕਰ ਦਿੱਤਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਸੌਰ ਗਏ, ਸਫਲ ਹੋ ਗਏ। ਕਿਉਂਕਿ ਅਸਲ ਕਾਰਜ ਕਰਨ ਬੰਦਾ ਇਹੋ ਆਇਆ ਸੀ ਜਿਹਨੇ ਇਹ ਕਰਨਾ ਸ਼ੁਰੂ ਕਰ ਦਿੱਤਾ, ਉਹਦਾ ਕੰਮ ਸੌਰਿਆ ਹੀ ਆ। ਵਿਗੜਦਾ ਤੇ ਉਹਦਾ ਜਿਹੜਾ ਕਰਨ ਕੁਝ ਹੋਰ ਆਇਆ ਸੀ ਅਤੇ ਕਰਦਾ ਕੁਝ ਹੋਰ ਰਹਿ ਗਿਆ। ਉਹ ਕਹਿੰਦਾ ਵਿਗੜ ਗਿਆ ਹੁਣ, ਕਿਉਂਕਿ ਸਮਾਂ ਬਰਬਾਦ ਕਰ ਲਿਆ। ਅਤੇ ਜਿਹੜਾ ਜੋ ਕਰਨ ਵਾਸਤੇ ਆਇਆ ਸੀ ਉਸ ਪਾਸੇ ਲੱਗ ਗਿਆ, ਉਹਦਾ ਕਾਰਜ ਤਾਂ ਸਫਲਾ ਹੀ ਹੋਵੇਗਾ ਨਾ। ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਸਫਲ ਹੋ ਗਏ। ਹਰ ਗੁਰ ਪੂਰਾ ਆਰਾਧਿਆ, ਹਰੀ ਪਰਮੇਸ਼ਰ ਨੂੰ ਪੂਰੇ ਗੁਰੂ ਦੀ ਸਿੱਖਿਆ ਦੁਆਰਾ ਉਹਨਾਂ ਨੇ ਯਾਦ ਕੀਤਾ, ਸਿਮਰਿਆ। ਦਰਗਹਿ ਸੱਚ ਖਰੇ, ਅਤੇ ਉਹਦੀ ਦਰਗਾਹ ਦੇ ਵਿੱਚ ਵੀ ਸੱਚੇ ਹੁੰਦੇ ਨੇ, ਉਹ ਸੁਰਖਰੂ ਹੁੰਦੇ ਨੇ, ਸਨਮੁਖ ਖਲੋਤੇ ਹੁੰਦੇ ਨੇ, ਖਰੇ ਹੁੰਦੇ ਨੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ, ਸਰਬ ਸੁੱਖਾਂ ਨਿਧ ਚਰਨ ਹਰ, ਉਹਨਾਂ ਨੂੰ ਸਾਰੇ ਸੁੱਖਾਂ ਦੀ ਨਿਧੀ, ਨਿਧੀ ਤੋਂ ਭਾਵ ਖਜ਼ਾਨਾ, ਸਾਰੇ ਸੁੱਖਾਂ ਦਾ ਜੋ ਖਜ਼ਾਨਾ ਹੈ ਅਕਾਲ ਪੁਰਖ ਪਰਮੇਸ਼ਰ ਦੇ ਚਰਨੋਂ ਪ੍ਰਾਪਤ ਹੋ ਜਾਂਦੇ। ਭਉ ਜਲ ਬਿਖਮ ਤਰੇ, ਅਤੇ ਜਿਹੜਾ ਸੰਸਾਰ ਸਮੁੰਦਰ ਹੈ ਜਿਹਨੂੰ ਤਰਨਾ ਬੜਾ ਕਠਿਨ ਆ, ਇਹਨੂੰ ਤਰ ਜਾਂਦੇ ਨੇ। ਪ੍ਰੇਮ ਭਗਤ ਤਿੰਨ ਪਾਈਆ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ। ਵਿਖਿਆ ਨਾਹੇ ਜਰੇ, ਵਿਸ਼ਿਆਂ ਦੀ ਜ਼ਹਿਰ ਵਿੱਚ ਨਹੀਂ ਸੜੇ ਉਹ। ਕੂੜ ਗਏ, ਉਹਨਾਂ ਦੇ ਅੰਦਰੋਂ ਝੂਠ ਵੀ ਨਾਸ ਹੋ ਗਿਆ। ਝੂਠ ਵੈਸੇ ਬੰਦਾ ਬੋਲਦਾ ਬੜੇ ਪਿਆਰ ਨਾਲ, ਬੜਾ ਸਵਾਦ ਲੈ ਲੈ ਕੇ, ਅਤੇ ਇਹ ਵੀ ਸਮਝਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ ਮੈਂ ਝੂਠ ਬੋਲੀ ਜਾਂਦਾ, ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ। ਝੂਠ ਦਾ ਸਵਾਦ ਵੱਖਰਾ ਹੀ ਆ, ਪਰ ਜਿੱਦਣ ਅਸਲ ਸਵਾਦ ਝੂਠ ਬੋਲਣ ਦਾ ਮਿਲਦਾ ਉਦਣ ਚੀਕਾਂ ਵੀ ਨਿਕਲਦੀਆਂ। ਪਹਿਲਾਂ ਸਵਾਦ ਲੈਂਦਾ ਝੂਠ ਬੋਲ ਬੋਲ ਕੇ, ਅਤੇ ਜਿੱਦਣ ਫਿਰ ਪਰਮੇਸ਼ਰ ਝੂਠ ਬੋਲਣ ਦਾ ਸਵਾਦ ਦਿੰਦਾ ਉਦਣ ਚੀਕਾਂ ਨਿਕਲਦੀਆਂ, ਕਹਿੰਦਾ ਮੈਂ ਕੀ ਕੀਤਾ ਸੀ। ਫਿਰ ਇਸ ਤਰ੍ਹਾਂ ਕਹਿੰਦਾ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਝੂਠ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ। ਫਿਰ ਉਹ ਝੂਠ ਨਹੀਂ ਬੋਲਦੇ, ਫਿਰ ਉਹ ਸੱਚ ਦੇ ਨਾਲ ਜੁੜ ਜਾਂਦੇ ਨੇ। ਕੂੜ ਗਏ, ਦੁਬਦਾ ਨਸੀ, ਦੁਬਦਾ ਵੀ ਉਹਨਾਂ ਦੇ ਅੰਦਰੋਂ ਖਤਮ ਹੋ ਗਈ। ਇੱਕ ਪਰਮੇਸ਼ਰ ਦੇ ਲੜ ਲੱਗ ਗਏ ਉਹ। ਪੂਰਨ ਸੱਚ ਭਰੇ, ਅੰਦਰ ਹਿਰਦਾ ਉਹਨਾਂ ਦਾ ਸੱਚ ਦੇ ਨਾਲ ਐਨ ਪਰਿਪੂਰਨ ਹੋ ਗਿਆ। ਸੱਚ ਪਰਮੇਸ਼ਰ ਹੈ, ਉਹਦੇ ਨਾਲ ਹਿਰਦਾ ਐਨ ਪਰਿਪੂਰਨ।
ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਹਾਦਿਵਸ ਮੂਰਤ ਭਲੇ। ਉਹਦੇ ਸਾਰੇ ਮਹੀਨੇ, ਉਹਦੇ ਸਾਰੇ ਦਿਨ, ਉਹਦੀਆਂ 2 ਘੜੀਆਂ, ਇਹ ਵੀ ਸਮਾਂ ਭਲਾ ਹੋ ਗਿਆ। ਭਲਾ ਜਿਵੇਂ ਅੱਜ ਕਹਿੰਦੇ ਨਾ ਬੇ-10 ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਸਾਰਾ ਹੀ ਸਫਲਾ ਹੋ ਗਿਆ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਹਾਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਜਿਹਦੇ ਤੇ ਉਹ ਮਿਹਰ ਦੀ ਨਿਗਾਹ ਕਰ ਦਿੰਦਾ ਹੈ, ਜੀ ਤੇ ਕਿਰਪਾ ਰਹਿਮਤ ਕਰਕੇ ਬਖਸ਼ ਦਿੰਦਾ। ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਜੁੜ ਗਿਆ ਨਾ ਉਹਦਾ ਭਲਾ ਹੀ ਆ। ਫਿਰ ਭਲਾ ਸਾਰਾ ਸਮਾਂ ਹੀ ਭਲਾ ਉਹਦਾ। ਤੇ ਇਸ ਕਰਕੇ ਕਹਿੰਦੇ ਅਸੀਂ ਵੀ ਅਰਦਾਸ ਕਰਦੇ ਹਾਂ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਹੇ ਹਰੀ ਪਰਮੇਸ਼ਰ, ਅਸੀਂ ਵੀ ਤੇਰੇ ਦਰਸ਼ਨਾਂ ਦਾ ਦਾਨ ਮੰਗਦੇ ਤੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਵੀ ਬਖਸ਼। ਕਿਉਂਕਿ ਜਦੋਂ ਤੂੰ ਮਿਲ ਪੈਣਾ ਨਾ, ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਸਾਰੇ ਕਾਰਜ ਸਫਲੇ ਹੋ ਜਾਂਦੇ। ਸਿੱਖ ਕਹਿੰਦਾ ਮਹਾਰਾਜ ਕਈ ਕੰਮ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਕਰਨ ਦੀ ਬੰਦੇ ਕੋਲੋਂ ਵਿਧੀ ਨਹੀਂ ਬਣਦੀ, ਢੰਗ ਤਰੀਕਾ ਹੀ ਨਹੀਂ ਆਉਂਦਾ ਵੀ ਕਿਵੇਂ ਕਰਨੇ ਆ, ਉਹ ਵੀ ਸਫਲੇ ਹੋ ਜਾਂਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਹੋ ਜਾਂਦੇ। ਕਿਵੇਂ ਹੋ ਜਾਂਦੇ? ਸਤਿਗੁਰੂ ਸਾਹਿਬ ਜੀ ਕਹਿੰਦੇ ਕਰਤਾ ਸਭ ਵਿਦ ਜਾਣੈ। ਉਹ ਕਰਤਾ ਪਰਮੇਸ਼ਰ ਸਾਰੀਆਂ ਵਿਧੀਆਂ ਨੂੰ ਜਾਣਦਾ। ਉਹਨੂੰ ਪਤਾ ਵੀ ਕਿਹੜਾ ਕਾਰਜ ਕਿਵੇਂ ਹੋਣਾ, ਉਹਨੂੰ ਸਾਰੇ ਢੰਗ ਤਰੀਕੇ ਆਉਂਦੇ ਨੇ। ਇਸ ਕਰਕੇ ਜਦੋਂ ਮਿਲ ਪੈਂਦਾ ਫਿਰ ਸਾਰੇ ਕਾਰਜ ਸਫਲ ਹੋ ਜਾਂਦੇ। ਸਾਰੇ ਅਸਲ ਕਾਰਜ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਹੀ ਹੈ ਨਾ। ਜਦੋਂ ਪ੍ਰਾਪਤ ਹੋ ਗਿਆ ਤੇ ਫਿਰ ਕਾਰਨ ਪਿੱਛੇ ਰਹਿ ਹੀ ਕੋਈ ਨਹੀਂ ਜਾਂਦਾ। ਕਿਹੜਾ ਰਹਿ ਗਿਆ? ਸਾਰੇ ਹੀ ਸਫਲ ਹੋ ਗਏ। ਕਿਉਂਕਿ ਉਹ ਕਰਤਾ ਪਰਮੇਸ਼ਰ ਸਾਰੀਆਂ ਵਿਧੀਆਂ ਦਾ ਜਾਣੂ ਹੈ। ਸਾਰੇ ਕਾਰਜ ਕਰਨ ਦੀ ਵਿਧੀ ਢੰਗ ਤਰੀਕਾ ਉਹਨੂੰ ਪਤਾ ਹੈ। ਇਸ ਕਰਕੇ ਸਾਰੇ ਕਾਰਜ ਸਫਲ ਕਰ ਦਿੰਦਾ। ਜਿਨ ਸਿੰਗਾਰੀ ਤਿਸਹਿ ਪਿਆਰੀ। ਜਿਸ ਪਰਮੇਸ਼ਰ ਨੇ ਇਸ ਜੀਵ ਰੂਪ ਇਸਤਰੀ ਨੂੰ ਸ਼ਿੰਗਾਰਿਆ, ਭਾਵ ਇਹਨੂੰ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰ ਦਿੱਤਾ। ਸ਼ੁਭ ਗੁਣਾਂ ਨਾਲ, ਜਦੋਂ ਸ਼ੁਭ ਗੁਣਾਂ ਦੇ ਨਾਲ ਇਹ ਸ਼ਿੰਗਾਰਿਆ ਜਾਂਦਾ ਨਾ, ਜਿਵੇਂ ਇਸਤਰੀ ਹਾਰ ਸ਼ਿੰਗਾਰ ਕਰਦੀ ਹੈ ਤੇ ਪਤੀ ਨੂੰ ਪਿਆਰੀ ਲੱਗਦੀ ਹੈ, ਇਸੇ ਤਰ੍ਹਾਂ ਜਦੋਂ ਇਹ ਜੀਵ ਰੂਪ ਇਸਤਰੀ ਜਾਂ ਇੰਝ ਕਹਿ ਲਈਏ ਜੀਵ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰਿਆ ਜਾਂਦਾ ਨਾ, ਸ਼ੁਭ ਗੁਣਾਂ ਨਾਲ, ਇਹ ਗਹਿਣੇ ਨੇ ਸ਼ੁਭ ਗੁਣ। ਜਿਵੇਂ ਇਸਤਰੀ ਦੇ ਗਹਿਣੇ ਸੋਨੇ ਚਾਂਦੀ ਦੇ ਹੁੰਦੇ ਨੇ, ਇਸੇ ਤਰ੍ਹਾਂ ਇਹ ਜੀਵ ਆਤਮਾ ਨੂੰ ਸ਼ਿੰਗਾਰਨ ਦੇ ਗਹਿਣੇ ਨੇ ਸ਼ੁਭ ਗੁਣ। ਸਤ, ਸੰਤੋਖ, ਦਇਆ, ਧਰਮ, ਮੁਦਤਾ, ਮੈਤਰੀ, ਉਪੇਖਿਆ, ਇਹ ਕਿੰਨੇ ਹੀ ਸ਼ੁਭ ਗੁਣ ਨੇ। ਇਹ ਸਾਰੇ ਇਹਦੇ ਗਹਿਣੇ ਨੇ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਇਹਨੇ ਇਹ ਸ਼ੁਭ ਗੁਣਾ ਰੂਪੀ ਸ਼ਿੰਗਾਰ ਕੀਤਾ ਤੇ ਸਹਿ ਪਿਆਰੀ, ਫਿਰ ਉਸ ਮਾਲਕ ਪਤੀ ਪਰਮੇਸ਼ਰ ਨੂੰ ਪਿਆਰੀ ਲੱਗੀ। ਭਾਵ ਇਹ ਜੀਵ ਉਸ ਮਾਲਕ ਪਰਮੇਸ਼ਰ ਨੂੰ ਚੰਗਾ ਲੱਗਾ, ਉਹਨੂੰ ਪਿਆਰਾ ਲੱਗਾ, ਉਹਨੂੰ ਭਾ ਗਿਆ। ਤੇ ਜਦੋਂ ਉਹਨੂੰ ਭਾ ਗਿਆ, ਮੇਲ ਭਇਆ, ਫਿਰ ਉਹਦੇ ਨਾਲ ਇਹਦਾ ਮੇਲ ਹੋ ਗਿਆ। ਰੰਗ ਮਾਣੈ, ਤੇ ਉਹਦੀ ਪ੍ਰਾਪਤੀ ਦੇ ਰੰਗ ਆਨੰਦ ਨੂੰ ਮਾਣਦਾ। ਫਿਰ ਜਦੋਂ ਉਹਦੇ ਨਾਲ ਮੇਲ ਹੋ ਗਿਆ ਨਾ, ਉਹਦੇ ਨਾਲ ਮਿਲ ਗਿਆ, ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਫਿਰ ਮਾਣਦਾ। ਫਿਰ ਵੱਖਰਾ ਹੀ ਆਨੰਦ, ਵੱਖਰਾ ਹੀ, ਜਿਹੜਾ ਇਹਨੂੰ ਸੰਸਾਰ ਦੇ ਪਦਾਰਥਾਂ 'ਚੋਂ ਨਹੀਂ ਸੀ ਨਾ ਆਇਆ, ਉਹ ਰਸ, ਉਹ ਆਨੰਦ ਇਹਨੂੰ ਆ ਜਾਂਦਾ। ਫਿਰ ਉਹ ਰਸ ਐਸਾ, ਉਹ ਆਨੰਦ ਐਸਾ ਵੀ ਜਿਨ੍ਹਾਂ ਨੂੰ ਇਹ ਆਨੰਦ ਸਮਝਦਾ ਸੀ, ਜਿਨ੍ਹਾਂ ਨੂੰ ਇਹ ਰਸ ਸਮਝਦਾ ਸੀ, ਉਹ ਰਸ ਫਿੱਕੇ ਪੈ ਗਏ। ਉਹਨਾਂ ਵਿੱਚੋਂ ਫਿਰ ਇਹਨੂੰ ਸਵਾਦ ਨਹੀਂ ਆਉਂਦਾ। ਫਿਰ ਪਰਮੇਸ਼ਰ ਦੇ ਨਾਮ ਦਾ ਐਸਾ ਰਸ ਇਹਨੂੰ ਆ ਜਾਂਦਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ,
ਇਹ ਰਸ ਨਹੀਂ ਭਾਵਾ, ਫਿਰ ਸੰਸਾਰ ਦੇ ਰਸ ਨਹੀਂ ਚੰਗੇ ਲੱਗਦੇ। ਫਿਰ ਐਸੇ ਉਸ ਦੇ ਆਨੰਦ ਨੂੰ ਮਾਣਦਾ, ਉਹਦੇ ਆਨੰਦ ਨੂੰ। ਫਿਰ ਇਹ ਵੀ ਗੱਲ ਹੈ ਨਾ, ਜਿਹੜੇ ਸੰਸਾਰ ਦੇ ਪਦਾਰਥਾਂ ਦੇ ਰਸ ਨੇ ਨਾ, ਇਹ ਜ਼ੁਬਾਨ ਨੂੰ ਤੇ ਮਿੱਠੇ ਲੱਗਦੇ ਨੇ, ਚੰਗੇ ਲੱਗਦੇ ਨੇ, ਪਰ ਸਰੀਰ ਵਾਸਤੇ ਹਾਨੀਕਾਰਕ ਵੀ ਹੁੰਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਜਿਸ ਤਰ੍ਹਾਂ ਕੋਈ ਚੀਜ਼ ਹੋਵੇ ਕੌੜੀ, ਉਹਦੇ ਉੱਤੇ ਖੰਡ ਦਾ ਲੇਪ ਕਰ ਦਿਓ, 4 ਚਫੇਰੇ ਖੰਡ ਲਾ ਦਿਓ। ਜ਼ਹਿਰ ਦੀ ਗੋਲੀ ਬਣਾ ਕੇ ਕੋਈ ਉੱਤੇ ਖੰਡ ਲਾ ਦੇ, ਖੰਡ ਦਾ ਲੇਪ ਕਰ ਦੇ, ਉਹ ਜਦੋਂ ਜ਼ੁਬਾਨ 'ਤੇ ਰੱਖੇਗਾ ਉਦੋਂ ਤਾਂ ਲੱਗੇਗੀ ਮਿੱਠੀ, ਪਰ ਜਦੋਂ ਅੰਦਰ ਜਾਵੇਗੀ ਉਹਨੇ ਨਾਸ ਕਰ ਦੇਣਾ। ਉਹਨੇ ਆਪਣਾ ਜਦੋਂ ਅਸਰ ਕੀਤਾ ਉਦੋਂ ਸਰੀਰ ਬਰਬਾਦ ਕਰ ਦਊ। ਇਹ ਸੰਸਾਰ ਦੇ ਪਦਾਰਥਾਂ ਦਾ ਰਸ ਬੇਸ਼ੱਕ ਜ਼ੁਬਾਨ ਨੂੰ ਚੰਗਾ ਲੱਗਦਾ, ਪਰ ਅੰਦਰ ਜਾ ਕੇ ਇਹ ਕਈ ਖਰਾਬੀਆਂ, ਕਈ ਤਰ੍ਹਾਂ ਦੇ ਰੋਗ ਸਰੀਰ ਦੇ ਅੰਦਰ ਪੈਦਾ ਕਰ ਦਿੰਦੇ। ਬਹੁਤਾ ਮਿੱਠਾ ਹੀ ਖਾਈ ਜਾਵੇ ਬੰਦਾ ਤੇ ਰੋਗੀ ਹੋ ਜਾਂਦਾ, ਫੋੜੇ ਫਿੰਸੀਆਂ ਨਿਕਲ ਆਉਂਦੇ, ਖੂਨ ਖਰਾਬ ਹੋ ਜਾਂਦਾ, ਕਈ ਵਾਰਾਂ ਤੇ ਸ਼ੂਗਰ ਵਰਗੇ ਰੋਗ ਵੀ ਹੋ ਜਾਂਦੇ ਨੇ। ਜਿਹੜੇ ਪਦਾਰਥ ਇਹ ਮਿੱਠੇ ਜਾਣ ਕੇ ਖਾਂਦਾ, ਉਹ ਕੌੜੇ ਹੋ ਜਾਂਦੇ ਨੇ। ਖਿੰਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਆਨੰਦ, ਜਿਹੜਾ ਰਸ ਹੈ ਨਾ, ਉਹ ਸਰੀਰ ਨੂੰ ਰੋਗ ਨਹੀਂ ਦਿੰਦਾ ਕੋਈ ਵੀ। ਇਹ ਆਨੰਦ ਵੀ ਬਹੁਤਾ, ਇਹਦਾ ਰਸ ਵੀ ਬਹੁਤਾ, ਪਰ ਇਹ ਸਰੀਰ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਲਾਉਂਦਾ, ਕੋਈ ਨੁਕਸਾਨ ਨਹੀਂ ਕਰਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਸਾਈਡ ਇਫੈਕਟ, ਉਹਦਾ ਸਾਈਡ ਇਫੈਕਟ ਕੋਈ ਨਹੀਂ, ਉਹਦਾ ਫਾਇਦਾ ਹੀ ਫਾਇਦਾ, ਲਾਭ ਹੀ ਲਾਭ। ਭਾਈ ਨੰਦ ਲਾਲ ਜੀ ਨਾ ਕਲਗੀਧਰ ਸਾਹਿਬ ਜੀ ਦੇ ਕੋਲ ਬੈਠੇ, ਗੁਰੂ ਸਾਹਿਬ ਜੀ ਬਚਨ ਕਰਦੇ ਪਏ ਤੇ ਭਾਈ ਸਾਹਿਬ ਜੀ ਆਨੰਦ ਵਿੱਚ ਸੁਣਦੇ ਪਏ ਸਨ। ਸੰਗਤ ਦੇ ਨਾਲ ਗੁਰੂ ਸਾਹਿਬ ਬਚਨ ਕਰਦੇ, ਭਾਈ ਨੰਦ ਲਾਲ ਸਾਹਿਬ ਜੀ ਸੁਣਦੇ ਪਏ ਤੇ ਗੁਰੂ ਦੇ ਬਚਨ ਸੁਣ ਕੇ ਮਨ ਦੇ ਵਿੱਚ ਖਿਆਲ ਆਇਆ ਤੇ ਕਵਿਤਾ ਲਿਖ ਦਿੱਤੀ। ਗੁਰੂ ਦੇ ਬਚਨ ਖੰਡ ਵਰਗੇ ਨੇ, ਸੁਣਨ ਨੂੰ ਬੜੇ ਮਿੱਠੇ ਲੱਗਦੇ, ਬੜੇ ਪਿਆਰੇ। ਗੁਰੂ ਦੇ ਬਚਨ ਗੁੜ ਵਰਗੇ ਨੇ, ਗੁਰੂ ਦੇ ਬਚਨ ਮਿਸ਼ਰੀ ਵਰਗੇ ਨੇ, ਗੁਰੂ ਦੇ ਬਚਨ ਸ਼ਹਿਦ ਵਰਗੇ ਨੇ। ਇਸ ਤਰ੍ਹਾਂ ਉਪਮਾ ਦਿੱਤੀਆਂ ਵੀ ਗੁਰੂ ਕਲਗੀਧਰ ਸਾਹਿਬ ਜੀ ਦੇ ਬੋਲ ਐਸੇ ਪਿਆਰੇ ਨੇ, ਸੁਣ ਕੇ ਰਸ ਆਈ ਜਾਂਦਾ, ਆਨੰਦ ਆਈ ਜਾਂਦਾ। ਫਿਰ ਉਹ ਕਵਿਤਾ ਸਤਿਗੁਰੂ ਜੀ ਨੂੰ ਵੀ ਸੁਣਾਈ। ਗੁਰੂ ਸਾਹਿਬ ਵੀ ਬੜੇ ਖੁਸ਼ ਹੋਏ ਵੀ ਗੁਰੂ ਦੇ ਬਚਨਾਂ ਦੀ ਉਸਤਤ ਕੀਤੀ। ਕਲਗੀਧਰ ਸਾਹਿਬ ਜੀ ਕਹਿੰਦੇ, ਕੱਲ੍ਹ ਨੂੰ ਲਿਆਇਓ ਇਹ ਕਵਿਤਾ, ਫੇਰ ਇਸੇ ਤਰ੍ਹਾਂ ਹੀ ਲਿਖਾਂਗੇ ਇਹਨੂੰ। ਅਸੀਂ ਫੇਰ ਸੁਣਾਵਾਂਗੇ ਸੰਗਤ ਨੂੰ ਨਾਲੇ। ਭਾਈ ਸਾਹਿਬ ਜੀ ਕਹਿੰਦੇ ਜੀ 7 ਬਚਨ, ਉਹ ਲਿਖੀ ਸੀ ਕਵਿਤਾ ਕਾਗਜ਼ ਉੱਤੇ, ਘਰੇ ਚਲੇ ਗਏ। ਰਾਤ ਬਤੀਤ ਹੋਈ, ਅਗਲਾ ਦਿਨ ਹੋਇਆ, ਕਲਗੀਧਰ ਸਾਹਿਬ ਜੀ ਦੇ ਕੋਲ ਆਏ। ਸਤਿਗੁਰੂ ਜੀ ਮਿਲੇ ਤੇ ਪੁੱਛਦੇ ਨੇ, ਕਹਿੰਦੇ ਭਾਈ ਜੀ ਉਹ ਕੱਲ੍ਹ ਵਾਲੀ ਕਵਿਤਾ ਲਿਆਓ, ਕਿੱਥੇ ਲਿਖੀ ਕਾਗਜ਼ 'ਤੇ, ਸੁਣਾਈਏ ਸੰਗਤ ਨੂੰ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਂ ਤੇ ਉਹ ਕਾਗਜ਼ ਹੀ ਪਾੜਤਾ। ਕਲਗੀਧਰ ਸਾਹਿਬ ਜੀ ਕਹਿੰਦੇ ਕਾਗਜ਼ ਕਿਉਂ ਪਾੜਤਾ? ਉਹ ਕਵਿਤਾ ਬੜੀ ਸੁੰਦਰ ਸੀ, ਗੁਰੂ ਦੇ ਬਚਨਾਂ ਦੀ ਮਹਿਮਾ ਉਹਦੇ ਵਿੱਚ, ਉਸਤਤ ਉਹਦੇ ਵਿੱਚ, ਤੇ ਕਾਗਜ਼ ਕਿਉਂ ਪਾੜਤਾ? ਕਹਿੰਦੇ ਜੀ ਜਦੋਂ ਮੈਂ ਘਰੇ ਜਾ ਕੇ ਸੋਚਿਆ ਨਾ ਵੀ ਗੁਰੂ ਸਾਹਿਬ ਦੇ ਬਚਨਾਂ ਨੂੰ, ਗੁਰੂ ਸਾਹਿਬ ਦੀ ਮੁੱਖ ਬਾਣੀ ਨੂੰ ਮੈਂ ਕਿਹੜੀਆਂ ਚੀਜ਼ਾਂ ਨਾਲ ਤੁਲਨਾ ਦਿੱਤੀ, ਖੰਡ ਦੇ ਨਾਲ, ਗੁੜ ਦੇ ਨਾਲ, ਮਿਸ਼ਰੀ ਦੇ ਨਾਲ, ਸ਼ਹਿਦ ਦੇ ਨਾਲ,
ਤੇ ਮੇਰੇ ਮਨ 'ਚ ਖਿਆਲ ਆਇਆ ਵੀ ਗੁਰੂ ਸਾਹਿਬ ਦੇ ਬਚਨ ਇਹਨਾਂ ਚੀਜ਼ਾਂ ਵਰਗੇ ਨਹੀਂ। ਇਹ ਚੀਜ਼ਾਂ ਗੁਰੂ ਸਾਹਿਬ ਦੇ ਬਚਨਾਂ ਦੀ ਬਰਾਬਰਤਾ ਨਹੀਂ ਕਰ ਸਕਦੀਆਂ। ਖੰਡ ਖਾਣ ਦੇ ਨਾਲ, ਗੁੜ ਖਾਣ ਦੇ ਨਾਲ, ਮਿਸ਼ਰੀ ਖਾਣ ਦੇ ਨਾਲ, ਬਹੁਤਾ ਸ਼ਹਿਦ ਮਿੱਠਾ ਖਾਣ ਦੇ ਨਾਲ ਸਰੀਰ ਨੂੰ ਰੋਗ ਹੋ ਜਾਂਦਾ। ਇਹ ਤੇ ਸਰੀਰ ਨੂੰ ਰੋਗੀ ਕਰ ਦਿੰਦੇ ਨੇ ਜੇ ਬਹੁਤਾ ਖਾ ਲਈਏ। ਤੇ ਗੁਰੂ ਦੇ ਬਚਨ ਤੇ ਇਹੋ ਜਿਹੇ ਤੇ ਨਹੀਂ। ਗੁਰੂ ਸਾਹਿਬ ਦੇ ਬਚਨ ਤੇ ਜਿੰਨੇ ਸੁਣੀ ਜਾਓ ਉਨੀ ਹਿਰਦੇ ਦੀ ਮੈਲ ਧੁੱਪਦੀ ਜਾਂਦੀ ਹੈ। ਇਹ ਕਿਸੇ ਤਰ੍ਹਾਂ ਦਾ ਰੋਗ ਨਹੀਂ ਪੈਦਾ ਕਰਦੇ। ਗੁਰੂ ਦੇ ਬਚਨ ਤੇ ਸਗੋਂ ਮਨੁੱਖ ਦੇ ਰੋਗਾਂ ਦਾ ਨਾਸ਼ ਕਰ ਦੇਣ ਵਾਲੇ। ਮੈਂ ਘਰ ਵਿੱਚ ਜਾ ਕੇ ਇਸ ਗੱਲ ਦੀ ਵਿਚਾਰ ਕੀਤੀ ਵੀ ਇਹ ਤੁੱਛ ਚੀਜ਼ਾਂ ਨੇ, ਇਹ ਆਪ ਜੀ ਦੇ ਬਚਨਾਂ ਦੀ ਬਰਾਬਰਤਾ ਨਹੀਂ ਕਰ ਸਕਦੀਆਂ, ਤਾਂ ਮੈਂ ਪਾੜ ਦਿੱਤਾ। ਪਰਮੇਸ਼ਰ ਦੇ ਪ੍ਰਾਪਤੀ ਦਾ ਆਨੰਦ ਵਾਕਈ ਇਸੇ ਤਰ੍ਹਾਂ ਦਾ ਹੈ। ਇਹ ਰਸ ਵੱਖਰਾ ਹੀ ਹੈ। ਤੇ ਸੰਸਾਰ ਦੇ ਰਸ ਫਿਰ ਫਿੱਕੇ ਫਿੱਕੇ ਜੇ ਲੱਗਦੇ ਨੇ। ਇਸ ਰਸ ਨੂੰ ਬਹੁਤਾ ਮਾਨਣ ਨੂੰ ਦਿਲ ਕਰਦਾ ਹੈ। ਤੇ ਸਰੀਰ ਦੇ ਰੋਗ, ਮਨ ਦੇ ਰੋਗ, ਸਾਰੀਆਂ ਚਿੰਤਾ ਦੂਰ ਕਰ ਦਿੰਦਾ ਹੈ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ। ਜਦੋਂ ਫਿਰ ਉਸ ਪਰਮੇਸ਼ਰ ਦੇ ਨਾਮ ਨੂੰ ਰਾਵਿਆ, ਇਹਨੇ ਉਚਾਰਨ ਕੀਤਾ, ਇਹਦਾ ਹਿਰਦਾ ਰੂਪੀ ਘਰ, ਇਹ ਸੇਜਾ ਜਿਹੜੀ ਸੀ ਨਾ ਹਿਰਦੇ ਰੂਪੀ, ਇਹ ਸ਼ੋਭਾ ਵਾਲੀ ਹੋ ਗਈ, ਸੁੰਦਰ ਹੋ ਗਈ। ਗੁਰਮੁਖ ਮਸਤਕ ਭਾਗੋ। ਜਿਹੜੇ ਗੁਰਮੁਖ ਜਨ ਨੇ ਉਹਨਾਂ ਦੇ ਮਸਤਕ ਦੇ ਭਾਗ ਵੱਡੇ ਹੋ ਜਾਂਦੇ ਨੇ। ਨਾਨਕ ਅਹਨਿਸ ਰਾਵੈ ਪ੍ਰੀਤਮ। ਸਤਿਗੁਰੂ ਜੀ ਕਹਿੰਦੇ ਫਿਰ ਉਹ ਰਾਤ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਾਵਦੇ ਨੇ, ਜਪਦੇ ਨੇ, ਉਹਦੇ ਨਾਮ ਰਸ ਦਾ ਆਨੰਦ ਮਾਣਦੇ ਨੇ। ਹਰ ਵਾਰ ਥਿਰ ਸੁਹਾਗੋ। ਸਦਾ ਸਥਿਰ ਰਹਿਣ ਵਾਲਾ ਜੋ ਪਰਮੇਸ਼ਰ ਹੈ, ਉਹ ਹਰੀ ਜਿਹੜਾ ਵਰ ਰੂਪ ਵਿੱਚ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਪਤੀ ਰੂਪ ਵਿੱਚ ਪ੍ਰਾਪਤ ਹੋ ਜਾਂਦਾ। ਅਤੇ ਸੁਹਾਗਵੰਤੀ ਇਸਤਰੀਆਂ ਦੀ ਤਰ੍ਹਾਂ ਉਹ ਸਦਾ ਆਨੰਦ ਮਾਣਦੇ ਹਨ, ਖੁਸ਼ੀਆਂ ਮਾਣਦੇ ਨੇ, ਪ੍ਰਸੰਨ ਰਹਿੰਦੇ ਨੇ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ, ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਗੁਰੂ ਦੇ ਚਰਨੀ ਲੱਗ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਨੇ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ, ਉਹਨਾਂ ਦੇ ਸਾਰੇ ਕਾਰਜ ਸਫਲੇ ਹੋ ਜਾਂਦੇ। ਉਹਨਾਂ ਨੂੰ ਪਰਮੇਸ਼ਰ ਪਤੀ ਰੂਪ ਪ੍ਰਾਪਤ ਹੋ ਜਾਂਦਾ, ਜਿਹੜਾ ਕਦੀ ਮਰਦਾ ਹੀ ਨਹੀਂ, ਅਤੇ ਉਹ ਸੁਹਾਗਣਾਂ ਦੀ ਤਰ੍ਹਾਂ ਸਦਾ ਆਨੰਦ ਮਾਣਦੇ ਹਨ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।